ਸਤਿ ਸ੍ਰੀ ਅਕਾਲ। ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਤੁਸੀਂ ਦੇਖ ਰਹੇ ਹੋ। ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਤੇ ਇਸ ਬੁਲੇਟਿਨ ਦਾ ਆਗਾਜ਼ ਕਰਨ ਜਾ ਰਹੇ ਹਾਂ। ਸਭ ਤੋਂ ਪਹਿਲਾਂ ਗੱਲ ਮਲੇਰਕੋਟਲਾ ਤੋਂ ਆਈ ਵੱਡੀ ਖਬਰ ਦੀ। ਇਸ ਸਮੇਂ ਮਲੇਰਕੋਟਲਾ ਤੋਂ ਵੱਡੀ ਖਬਰ ਹੈ। ਮਲੇਰਕੋਟਲਾ ਦੇ ਵਿੱਚ ਕਰੋਨਾ ਦਾ ਵੱਡਾ ਧਮਾਕਾ ਹੋਇਆ। ਪਿਛਲੇ 2 ਦਿਨਾਂ ਦੇ ਵਿੱਚ 34 ਨਵੇਂ ਮਾਮਲੇ ਸਾਹਮਣੇ ਆਏ ਨੇ। ਮਲੇਰਕੋਟਲਾ ਸਬ ਡਿਵੀਜ਼ਨ ਦੇ ਵਿੱਚ 107 ਟੋਟਲ ਐਕਟਿਵ ਕੇਸ ਹੁਣ ਤੱਕ ਹੋ ਚੁੱਕੇ ਨੇ। ਅਮਰਗੜ੍ਹ ਦੇ ਵਿੱਚ ਕਰੋਨਾ ਦੇ 25 ਐਕਟਿਵ ਕੇਸ ਨੇ। ਧੂਰੀ ਸਬ ਡਿਵੀਜ਼ਨ ਦੇ ਵਿੱਚ 7 ਐਕਟਿਵ ਕੇਸ ਨੇ ਤੇ ਭਵਾਨੀਗੜ੍ਹ ਸਬ ਡਿਵੀਜ਼ਨ ਦੇ ਵਿੱਚ 2 ਐਕਟਿਵ ਕੇਸ ਨੇ। ਇਸ ਸਮੇਂ ਸੰਗਰੂਰ ਜ਼ਿਲ੍ਹਾ ਸਭ ਤੋਂ ਵੱਡਾ ਹੌਟਸਪੌਟ ਬਣਦਾ ਨਜ਼ਰ ਆ ਰਿਹਾ ਹੈ। ਬੇਸ਼ੱਕ ਮਾਮਲੇ ਅੰਮ੍ਰਿਤਸਰ, ਜਲੰਧਰ ਤੇ ਲੁਧਿਆਣਾ ਦੇ ਵਿੱਚ ਜ਼ਿਆਦਾ ਹੋਣ ਪਰ ਬਹੁਤ ਤੇਜ਼ੀ ਦੇ ਨਾਲ ਮਾਮਲੇ ਵਧੇ ਨੇ ਸੰਗਰੂਰ ਜ਼ਿਲ੍ਹੇ ਦੇ ਵਿੱਚ ਤੇ ਖਾਸ ਤੌਰ ਤੇ ਮਲੇਰਕੋਟਲਾ ਦੇ ਵਿੱਚ 10 ਦੇ ਕਰੀਬ ਲੋਕਾਂ ਦੀ ਮੌਤ ਹੁਣ ਤੱਕ ਕਰੋਨਾ ਦੀ ਵਜ੍ਹਾ ਦੇ ਨਾਲ ਮਲੇਰਕੋਟਲਾ ਜ਼ਿਲ੍ਹੇ ਦੇ ਵਿੱਚ ਹੋ ਚੁੱਕੀ ਹੈ। ਪਿਛਲੇ 2 ਦਿਨਾਂ ਦੇ ਵਿੱਚ 34 ਮਾਮਲੇ ਸਾਹਮਣੇ ਆ ਚੁੱਕੇ ਨੇ। ਰੁਕ ਕਰਦੇ ਰਵੀ ਆਜ਼ਾਦ ਮੇਰੇ ਸਹਿਯੋਗੀ ਇਸ ਸਮੇਂ ਫੋਨ ਲਾਈਨ ਤੇ ਸਾਡੇ ਨਾਲ ਨੇ। ਮਲੇਰਕੋਟਲਾ ਤੋਂ ਰਵੀ, ਜਾਣਨਾ ਚਾਹਾਂਗੇ ਕੀ ਕੁਝ ਤੁਹਾਡੇ ਕੋਲ ਜਾਣਕਾਰੀ। ਇਹ ਤਾਂ ਜ਼ਬਰਦਸਤ ਰਫ਼ਤਾਰ ਨਜ਼ਰ ਆ ਰਹੀ ਹੈ, ਖਾਸ ਤੌਰ ਤੇ ਮਲੇਰਕੋਟਲਾ ਦੇ ਵਿੱਚ ਕਰੋਨਾ ਦੀ ਜਿਸ ਤਰੀਕੇ ਨਾਲ ਉਹ ਫੈਲ ਰਿਹਾ ਹੈ। ਜੀ ਗੌਰਵ, ਅਗਰ ਮਲੇਰਕੋਟਲਾ ਸਬ ਡਿਵੀਜ਼ਨ ਦੀ ਗੱਲ ਕੀਤੀ ਜਾਵੇ ਇੱਥੇ ਬੜੀ ਤੇਜ਼ੀ ਦੇ ਨਾਲ ਜਿਹੜੇ ਕਰੋਨਾ ਦੇ ਐਕਟਿਵ ਕੇਸਾਂ ਦੇ ਵਿੱਚ ਵਾਧਾ ਹੋ ਰਿਹਾ ਤੇ ਮੌਤਾਂ ਦੀ ਗਿਣਤੀ ਇੱਥੇ 10 ਹੋ ਚੁੱਕੀ ਹੈ। ਔਰ ਜਿਹੜੇ 3 ਇਲਾਕੇ ਨੇ ਮਲੇਰਕੋਟਲਾ ਸ਼ਹਿਰ ਦੇ, ਡਿਫੈਂਸ ਕਲੋਨੀ, ਪੁੰਸੀ ਔਰ ਸਰਹੱਦੀ ਗੇਟ ਪਹਿਲਾਂ ਹੀ ਸੀਲ ਕੀਤੇ ਜਾ ਚੁੱਕੇ ਨੇ। ਕੰਟੋਨਮੈਂਟ ਜ਼ੋਨ ਦੇ ਵਿੱਚ ਆ ਗਏ ਨੇ ਤਿੰਨੇ ਇਹ ਜਿਹੜੇ ਇਲਾਕੇ ਤੇ। ਲੇਕਿਨ ਹੁਣ ਲਗਾਤਾਰ ਜਿਹੜੀ ਰਫ਼ਤਾਰ ਕਰੋਨਾ ਮਹਾਮਾਰੀ ਦੇ ਕੇਸਾਂ ਦੇ ਵਿੱਚ ਵੱਧ ਰਹੀ ਹੈ ਔਰ 25 ਕੇਸ ਜਿਹੜੇ ਕਿ ਅਮਰਗੜ੍ਹ ਸਬ ਡਿਵੀਜ਼ਨ ਦੇ ਐਕਟਿਵ ਕੇਸ ਨੇ ਜੀ। ਔਰ ਸ਼ੇਰਪੁਰ ਦੇ ਵਿੱਚ 7, ਧੂਰੀ ਸਬ ਡਿਵੀਜ਼ਨ ਦੇ ਵਿੱਚ ਜਿਹੜੇ ਕੇਸਾਂ ਦੀ ਗਿਣਤੀ ਹੈ 4 ਹੋ ਚੁੱਕੀ ਹੈ ਔਰ ਭਵਾਨੀਗੜ੍ਹ ਦੇ ਵਿੱਚ ਐਕਟਿਵ ਕੇਸ 2 ਨੇ ਜੀ। ਕੁੱਲ ਮਿਲਾ ਕੇ ਅਗਰ ਆਪਾਂ ਗੱਲ ਕੀਤੀ ਜਾਵੇ ਤਾਂ ਮਲੇਰਕੋਟਲਾ ਜਿਹੜਾ ਸਬ ਡਿਵੀਜ਼ਨ ਹੈ ਇੱਥੇ ਬੜੀ ਤੇਜ਼ ਰਫ਼ਤਾਰ ਦੇ ਨਾਲ ਕਰੋਨਾ ਮਹਾਮਾਰੀ ਦੇ ਕੇਸਾਂ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਜੀ ਗੌਰਵ, ਬਿਲਕੁਲ ਮੈਂ ਇੱਕ ਵੀ ਚੀਜ਼ ਸਮਝਣੀ ਚਾਹਾਂਗਾ ਕਿ ਇਹ ਮਾਮਲੇ ਜਿਹੜੇ ਪੋਜ਼ਿਟਿਵ ਆ ਰਹੇ ਨੇ ਮਲੇਰਕੋਟਲਾ ਤੋਂ, ਖਾਸ ਤੌਰ ਤੇ ਇਹ ਬਾਹਰੋਂ ਲੋਕ ਆਏ ਨੇ ਜਾਂ ਉੱਥੇ ਹੀ ਆਪਸ ਦੇ ਵਿੱਚ ਇਹਨਾਂ ਦਾ ਕੰਟੈਕਟ ਹੋਇਆ, ਉੱਥੋਂ ਹੀ ਇਹ ਮਾਮਲਾ ਅੱਗੇ ਵੱਧ ਰਿਹਾ ਕਰੋਨਾ ਦਾ? ਜਿਹੜੀ ਇਹਨਾਂ ਨੇ ਹੈਲਥ ਵਿਭਾਗ ਦਾ ਬੁਲੇਟਿਨ ਜਾਰੀ ਹੁੰਦਾ ਉਹਦੇ ਵਿੱਚ ਇਹਨਾਂ ਨੇ ਕੋਈ ਵੀ ਸਥਿਤੀ ਜਿਹੜੀ ਸਪਸ਼ਟ ਨਹੀਂ ਕੀਤੀ, ਕਿਉਂਕਿ 2 ਦਿਨ ਤੋਂ ਇਹਨਾਂ ਨੇ ਤਕਨੀਕੀ ਖਰਾਬੀ ਕਾਰਨ ਜਿਹੜੀ ਲਿਸਟ ਰੋਕ ਰੱਖੀ ਸੀ। ਔਰ ਜਿਹੜਾ ਅੱਜ ਇਹਨਾਂ ਨੇ ਆਪਣਾ ਮੈਡੀਕਲ ਬੁਲੇਟਿਨ ਜਾਰੀ ਕੀਤਾ ਉਹਨਾਂ ਦੇ ਵਿੱਚ ਇਹਨਾਂ ਨੇ ਸਥਿਤੀ ਸਪਸ਼ਟ ਨਹੀਂ ਕੀਤੀ। ਉਹਨਾਂ ਦੇ ਵਿੱਚ ਸਿਰਫ ਇਹਨਾਂ ਨੇ ਡਿਟੇਲ ਹੀ ਦਿੱਤੀ ਹੈ ਕਿ 107 ਜਿਹੜੇ ਮਾਮਲੇ ਨੇ ਮਲੇਰਕੋਟਲਾ ਸ਼ਹਿਰ ਦੇ ਔਰ 25 ਧੂਰੀ ਸਬ ਡਿਵੀਜ਼ਨ ਦੇ, ਜਿਹੜੇ 2 ਕੇਸ ਭਵਾਨੀਗੜ੍ਹ ਦੇ, 25 ਅਮਰਗੜ੍ਹ ਦੇ ਔਰ 7 ਸ਼ੇਰਪੁਰ ਦੇ। ਇਸ ਤਰ੍ਹਾਂ ਇਹਨਾਂ ਨੇ ਕੁੱਲ ਮਿਲਾ ਕੇ ਜਿਹੜੀ ਡਿਟੇਲ ਦਿੱਤੀ ਗਈ ਹੈ ਤੇ ਬਾਕੀ ਜਿਹੜੀ ਕਿੱਥੋਂ ਆਏ ਨੇ ਮਾਮਲੇ ਅਜੇ ਇਹਦੇ ਬਾਰੇ ਥੋੜੀ ਦੇਰ ਤੱਕ ਸਾਡੀ ਪ੍ਰਸ਼ਾਸਨ ਦੇ ਨਾਲ ਗੱਲ ਹੋਏਗੀ, ਉਹ ਵੀ ਸਥਿਤੀ ਅਸੀਂ ਸਪਸ਼ਟ ਠੀਕ ਹੈ। ਮੈਂ ਇੱਕ ਹੋਰ ਚੀਜ਼ ਸਮਝਣੀ ਚਾਹੁੰਦਾ ਤਾਂ ਰਵੀ, ਮਲੇਰਕੋਟਲਾ ਦੇ ਬਾਰੇ ਵਿੱਚ ਥੋੜੀ ਜਿਹੀ ਜਾਣਕਾਰੀ ਦਿਵੋ। ਕਿੰਨਾ ਵੱਡਾ ਸ਼ਹਿਰ ਹੈ, ਕਿੰਨੀ ਜ਼ਿਆਦਾ ਉੱਥੇ ਪੋਪੂਲੇਸ਼ਨ ਹੈ ਤੇ ਸੰਘਣੀ ਆਬਾਦੀ ਵਾਲੇ ਜਿਵੇਂ ਹੁੰਦਾ ਨਾ ਬਹੁਤ ਕੰਜਸਟਡ ਇਲਾਕੇ ਨੇ, ਉਹ ਕਿਹੜੇ ਉੱਥੇ ਇਲਾਕੇ ਹੈਗੇ ਨੇ ਮਲੇਰਕੋਟਲਾ ਦੇ, ਉਹ ਵੀ ਜੇਕਰ ਸਾਡੇ ਦਰਸ਼ਕਾਂ ਤੱਕ ਜਾਣਕਾਰੀ ਪਹੁੰਚਾ ਸਕੋ। ਮਲੇਰਕੋਟਲਾ ਸ਼ਹਿਰ ਦੀ ਅਗਰ ਆਪਾਂ ਗੱਲ ਕਰੀਏ ਤਾਂ ਮਲੇਰਕੋਟਲਾ ਸ਼ਹਿਰ ਹੀ ਸੰਘਣੀ ਆਬਾਦੀ ਹੀ ਇਹਨੂੰ ਕਿਹਾ ਜਾ ਸਕਦਾ। ਬਿਲਕੁਲ ਨਜ਼ਦੀਕ ਬੰਦ ਨੇ ਤੇ ਕੋਈ ਵੀ ਇਲਾਕਾ ਇਹਦਾ ਦੂਰ ਨਹੀਂ ਹੈ। ਜਿਹੜਾ ਆਪਣਾ ਮਲੇਰਕੋਟਲਾ ਸ਼ਹਿਰ ਬਿਲਕੁਲ ਸੰਘਣੀ ਆਬਾਦੀ ਦੇ ਵਿੱਚ ਹੀ ਵਸਿਆ ਹੋਇਆ ਹੈ ਤੇ ਇਸ ਕਰਕੇ ਇੱਥੇ ਜਿਹੜੇ ਮਾਮਲੇ ਜ਼ਿਆਦਾ ਆ ਰਹੇ ਨੇ। ਜੀ ਗੌਰਵ, ਇੱਕ ਆਖਰੀ ਸਵਾਲ, ਗਿੱਦੜਬਾਹਾ ਲਾਕਡਾਊਨ ਹੈ, ਮੰਡੀ ਗੋਬਿੰਦਗੜ੍ਹ ਲਾਕਡਾਊਨ ਹੈ ਤੇ ਇਸ ਦੇ ਨਾਲ ਅਮਲੋਹ ਲਾਕਡਾਊਨ ਹੈ। ਮਲੇਰਕੋਟਲਾ 'ਚ ਤਾਂ ਮਾਮਲੇ ਇਹਨਾਂ 3 ਥਾਵਾਂ ਤੋਂ ਕਿਤੇ ਜ਼ਿਆਦਾ ਨਜ਼ਰ ਆ ਰਹੇ ਨੇ। ਮਲੇਰਕੋਟਲਾ ਪ੍ਰਸ਼ਾਸਨ ਜਾਂ ਸੰਗਰੂਰ ਜ਼ਿਲ੍ਹੇ ਦਾ ਪ੍ਰਸ਼ਾਸਨ ਕੋਈ ਇਸ ਦੇ ਉੱਤੇ ਵਿਚਾਰ ਕਰ ਰਿਹਾ ਆਉਣ ਵਾਲੇ ਦਿਨਾਂ ਦੇ ਵਿੱਚ ਮਲੇਰਕੋਟਲਾ 'ਚ ਕੋਈ ਲਾਕਡਾਊਨ ਵਰਗੀ ਸਥਿਤੀ ਪੈਦਾ ਹੋ ਸਕਦੀ ਹੈ? ਜੀ ਮਲੇਰਕੋਟਲਾ ਦੇ ਵਿੱਚ ਜਿਹੜਾ ਇਹਨਾਂ ਨੇ ਕਰਨਾ ਸੀ, ਜਿਹੜੇ ਇਲਾਕਿਆਂ ਦੇ ਇਹਨਾਂ ਨੂੰ ਖਤਰਾ ਨਜ਼ਰ ਆ ਰਿਹਾ ਸੀ, ਉਹ ਪਹਿਲੇ ਇਹਨਾਂ ਨੇ 3 ਇਲਾਕੇ ਜਿਹੜੇ ਕੰਟੋਨਮੈਂਟ ਜ਼ੋਨ ਦੇ ਵਿੱਚ ਲਿਆਂਦੇ ਨੇ ਤੇ ਹੁਣ ਇਹਨਾਂ ਦੀ ਜਿਹੜੀ ਪਾਲਿਸੀ ਚੱਲ ਰਹੀ ਹੈ ਕਿ ਇਹਨਾਂ ਨੇ ਕਿਹੜੇ ਇਲਾਕੇ ਹੋਰ ਕੰਟੋਨਮੈਂਟ ਜ਼ੋਨ ਦੇ ਵਿੱਚ ਲਿਆਉਣੇ ਨੇ ਤੇ ਉਹਦੇ ਬਾਰੇ ਜਿਹੜਾ ਪ੍ਰਸ਼ਾਸਨ ਵਿਚਾਰ ਕਰ ਰਿਹਾ, ਲੇਕਿਨ ਅਜੇ ਕਿਸੇ ਨੇ ਕੋਈ ਸਪਸ਼ਟ ਨਹੀਂ ਕੀਤੀ। ਜੀ ਗੌਰਵ, ਸ਼ੁਕਰੀਆ, ਧੰਨਵਾਦ ਸਾਡੇ ਨਾਲ ਜੁੜਨ ਦੇ ਲਈ। ਇਸ ਪੂਰੀ ਗੱਲਬਾਤ ਦੇ ਲਈ। ਅਮਰਗੜ੍ਹ ਦੇ ਵਿੱਚ ਕਰੋਨਾ ਦੇ 25 ਐਕਟਿਵ ਕੇਸ ਨੇ। ਇਸ ਸਮੇਂ ਮਲੇਰਕੋਟਲਾ ਬਹੁਤ ਵੱਡਾ ਹੌਟਸਪੌਟ ਬਣਦਾ ਨਜ਼ਰ ਆ ਰਿਹਾ। 10 ਲੋਕਾਂ ਦੀ ਹੁਣ ਤੱਕ ਕਰੋਨਾ ਦੀ ਵਜ੍ਹਾ ਦੇ ਨਾਲ ਮਲੇਰਕੋਟਲਾ ਦੇ ਵਿੱਚ ਮੌਤ ਹੋ ਚੁੱਕੀ ਹੈ। ਪੰਜਾਬ ਦੇ ਵਿੱਚ ਕਰੋਨਾ ਦੇ ਨਾਲ ਤੁਹਾਨੂੰ ਦੱਸੀਏ ਮੌਤਾਂ ਦਾ ਅੰਕੜਾ ਵਧਿਆ ਤਾਂ ਉਸ ਦੇ ਵਿੱਚ ਇੱਕ ਪਿਛਲੇ ਕੁਝ ਦਿਨਾਂ ਦੇ ਵਿੱਚ ਦੇਖਿਆ ਜਾਵੇ ਤਾਂ ਮਲੇਰਕੋਟਲਾ ਦੇ ਵਿੱਚ ਸਭ ਤੋਂ ਜ਼ਿਆਦਾ ਟੈਨਸ਼ਨ ਵੱਧਦੀ ਹੋਈ ਨਜ਼ਰ ਆਈ ਹੈ। ਖੈਰ ਇਸ ਸਮੇਂ ਤੁਹਾਨੂੰ ਦੱਸ ਦਈਏ ਕਿ ਮਲੇਰਕੋਟਲਾ ਡਿਵੀਜ਼ਨ ਦੇ ਵਿੱਚ 107 ਐਕਟਿਵ ਕੇਸ ਹੈਗੇ ਨੇ ਕਰੋਨਾ ਦੇ। ਉਧਰ ਪੰਜਾਬ ਦੇ ਵਿੱਚ ਕਰੋਨਾ ਦੀ ਵਜ੍ਹਾ ਨਾਲ ਇੱਕ ਹੋਰ ਮੌਤ ਦੀ ਖਬਰ ਵੀ ਸਾਹਮਣੇ ਆਈ। ਅੰਮ੍ਰਿਤਸਰ ਦੇ ਵਿੱਚ ਇੱਕ ਮਹਿਲਾ ਨੇ ਦਮ ਤੋੜ ਦਿੱਤਾ ਜੋ ਗੁਰਦਾਸਪੁਰ ਦੀ ਰਹਿਣ ਵਾਲੀ ਸੀ। 73 ਸਾਲ ਇਸ ਮਹਿਲਾ ਦੀ ਉਮਰ ਸੀ। ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਸੀ। ਪੰਜਾਬ ਦੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਵਧੀ ਹੈ ਤੇ 133 ਤੱਕ ਹੁਣ ਪਹੁੰਚ ਚੁੱਕੀ ਹੈ। ਲਗਾਤਾਰ ਇਹ ਗਿਣਤੀ ਦੇ ਵਿੱਚ ਇਜ਼ਾਫਾ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਤੁਹਾਨੂੰ ਦੱਸ ਦਈਏ ਇੱਕ ਪਾਸੇ ਮਾਮਲੇ ਵਧ ਰਹੇ ਨੇ ਤੇ ਦੂਜੇ ਪਾਸੇ ਜਦੋਂ ਮੌਤ ਦੀ ਖਬਰ ਆਉਂਦੀ ਹੈ ਤਾਂ ਬਹੁਤ ਜ਼ਿਆਦਾ ਚਿੰਤਾ ਵਾਲੀ ਗੱਲ ਹੈ, ਕਿਉਂਕਿ
ਮਾਮਲੇ ਵਧ ਰਹੇ ਨੇ ਤੇ ਦੂਜੇ ਪਾਸੇ ਰਿਕਵਰੀ ਰੇਟ ਬਹੁਤ ਜ਼ਬਰਦਸਤ ਹੈ ਪੂਰੇ ਦੇਸ਼ ਦੇ ਵਿੱਚ 50 ਤੋਂ 55% ਤੱਕ ਲੋਕ ਰੋਜ਼ਾਨਾ ਠੀਕ ਵੀ ਹੋ ਰਹੇ ਨੇ ਤੇ ਇਸ ਵਿਚਾਲੇ ਸਵਾਲ ਇਹੀ ਉੱਠ ਰਿਹਾ ਕਿ ਕਿਸ ਤਰੀਕੇ ਨਾਲ ਹੁਣ ਠੱਲ ਪਾਈ ਜਾਵੇ। ਖੈਰ ਸਰਕਾਰ ਇਹੀ ਅਪੀਲ ਕਰ ਰਹੀ ਹੈ ਸਾਰਿਆਂ ਨੂੰ ਕਿ ਤੁਸੀਂ ਆਪਣੇ ਘਰਾਂ ਦੇ ਵਿੱਚ ਰਹੋ, ਜ਼ਰੂਰਤ ਹੋਵੇ ਤਾਂ ਹੀ ਬਾਹਰ ਨਿਕਲੋ। ਗਿੱਦੜਬਾਹਾ ਦਾ ਰੁਖ ਕਰਦੇ ਹਾਂ। ਮੈਂ ਜ਼ਿਕਰ ਜਿਵੇਂ ਅਸੀਂ ਕੀਤਾ ਕਿ ਗਿੱਦੜਬਾਹਾ ਦੇ ਵਿੱਚ ਲਾਕਡਾਊਨ ਹੈ ਤੇ ਸੋਮਵਾਰ ਦਾ ਦਿਨ ਵੀ ਲਾਕਡਾਊਨ ਰਹੇਗਾ ਤੇ ਗਿੱਦੜਬਾਹਾ ਦੇ ਵਿੱਚ ਇਸ ਲਾਕਡਾਊਨ ਦੇ ਦੌਰਾਨ ਵੀ ਸ਼ਰਾਬ ਦੇ ਠੇਕੇ ਖੁੱਲੇ ਹੋਏ ਨੇ, ਜਿਸ ਦੇ ਉੱਤੇ ਵਿਰੋਧੀ ਸਵਾਲ ਚੁੱਕ ਰਹੇ ਨੇ। ਜੇ ਆਮ ਆਦਮੀ ਪਾਰਟੀ ਦੇ ਆਗੂ ਵਿਧਾਇਕ ਅਮਨ ਅਰੋੜਾ ਨੇ ਸਵਾਲ ਪੁੱਛਿਆ ਕਿ ਗਿੱਦੜਬਾਹਾ ਦੇ ਵਿੱਚ ਜੇ ਸਭ ਕੁਝ ਬੰਦ ਹੈ ਤਾਂ ਸ਼ਰਾਬ ਦੇ ਠੇਕੇ ਕਿਉਂ ਖੁੱਲੇ ਨੇ। ਮੰਗਲਵਾਰ ਸਵੇਰੇ 5 ਵਜੇ ਤੱਕ ਗਿੱਦੜਬਾਹਾ ਦੇ ਵਿੱਚ ਲਾਕਡਾਊਨ ਕੀਤਾ ਗਿਆ ਹੈ। ਕੋਰੋਨਾ ਦੇ ਵੱਧਦੇ ਕੇਸਿਸ ਦੀ ਵਜ੍ਹਾ ਦੇ ਨਾਲ ਪ੍ਰਸ਼ਾਸਨ ਨੇ ਫੈਸਲਾ ਲਿਆ ਹਸਪਤਾਲ, ਕੈਮਿਸਟ ਅਤੇ ਠੇਕੇ ਖੋਲਣ ਦੀ ਇਜਾਜ਼ਤ ਹੈ। ਐਸੈਂਸ਼ੀਅਲ ਸਰਵਿਸਿਜ਼ ਦਾ ਜ਼ਿਕਰ ਕੀਤਾ ਸੀ ਕਿ ਜਿਹੜੀਆਂ ਬਹੁਤ ਜ਼ਰੂਰੀ ਸਰਵਿਸਿਜ਼ ਨੇ ਉਹਨਾਂ ਨੂੰ ਜਾਰੀ ਰੱਖਿਆ ਜਾਵੇ, ਬਾਕੀ ਸਭ ਬੰਦ। ਤੇ ਇਸ ਵਿਚਾਲੇ ਇਹ ਵੀ ਤੁਹਾਨੂੰ ਕਲੀਅਰ ਕਰ ਦਈਏ ਕਿ ਸ਼ਰਾਬ ਦੇ ਠੇਕਿਆਂ ਨੂੰ ਲੈ ਕੇ ਆਮ ਆਦਮੀ ਪਾਰਟੀ ਜੋ ਸਵਾਲ ਚੁੱਕ ਰਹੀ ਹੈ ਕਿ ਕਿਉਂ ਸ਼ਰਾਬ ਦੇ ਠੇਕੇ ਖੁੱਲੇ ਨੇ। ਸ਼ੁੱਕਰਵਾਰ, ਸ਼ਨੀਵਾਰ, ਐਤਵਾਰ, ਸੋਮਵਾਰ 4 ਦਿਨ ਦਾ ਲਾਕਡਾਊਨ ਪੂਰੇ ਸ਼ਹਿਰ ਦੇ ਵਿੱਚ, ਗਿੱਦੜਬਾਹਾ ਦੇ ਵਿੱਚ, ਪਰੇ ਸਭ ਦੇ ਵਿਚਾਲੇ ਠੇਕੇ ਖੁੱਲੇ ਨੇ। ਇੱਕ ਵਾਰੀ ਫੇਰ ਤੋਂ ਪੰਜਾਬ ਸਰਕਾਰ ਦੀ ਸ਼ਰਾਬ ਦੇ ਕਾਰੋਬਾਰ ਪ੍ਰਤੀ ਕਮਿਟਮੈਂਟ ਉਹ ਇੱਕ ਵਾਰ ਦੁਬਾਰਾ ਫੇਰ ਸਾਹਮਣੇ ਆਈ ਹੈ। ਕੱਲ ਪੰਜਾਬ ਸਰਕਾਰ ਨੇ ਗਿੱਦੜਬਾਹਾ ਦੇ ਵਿੱਚ 11 ਕੇਸਿਸ ਆਉਣ ਦੀ ਵਜ੍ਹਾ ਕਰਕੇ ਗਿੱਦੜਬਾਹਾ ਦੇ ਵਿੱਚ ਕੰਪਲੀਟ ਲਾਕਡਾਊਨ ਹੈ ਜਿਹੜਾ ਉਹ 3 ਦਿਨਾਂ ਦੇ ਲਈ ਡਿਕਲੇਅਰ ਕੀਤਾ ਹੈ ਔਰ ਉਸ ਦੇ ਵਿੱਚ ਸਿਰਫ 3 ਚੀਜ਼ਾਂ ਨੂੰ ਅਲਾਉ ਕੀਤਾ ਗਿਆ, ਜਿਸ ਦੇ ਵਿੱਚ ਮੈਡੀਕਲ ਸ਼ਾਪਸ ਯਾਨੀ ਕੈਮਿਸਟ, ਹਸਪੀਟਲ ਔਰ ਸ਼ਰਾਬ ਦੇ ਠੇਕੇ। ਸੋ ਇਸ ਚੀਜ਼ ਤੋਂ ਪਤਾ ਲੱਗ ਜਾਂਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸ਼ਰਾਬ ਦੇ ਕਾਰੋਬਾਰੀਆਂ ਪ੍ਰਤੀ, ਸ਼ਰਾਬ ਦੇ ਠੇਕੇਦਾਰਾਂ ਪ੍ਰਤੀ ਕਿੰਨਾ ਸੁਹਿਰਦ ਹੈ, ਕਿੰਨਾ ਖਿਆਲ ਰੱਖਣਾ ਚਾਹੁੰਦੀ, ਉਹਨਾਂ ਦਾ ਕਿੰਨੀ ਹਾਈ ਪ੍ਰਾਇੋਰਟੀ ਦੇ ਉੱਪਰ ਨੇ ਸ਼ਰਾਬ ਦੇ ਠੇਕੇ। ਇਸ ਸਭ ਦੇ ਵਿੱਚ ਵਾਲੇ ਗੱਲ ਅਸੀਂ ਕਰਾਂਗੇ ਗਿੱਦੜਬਾਹਾ ਦੇ ਵਿਧਾਇਕ ਦੀ ਵੀ, ਰਾਜਾ ਵੜਿੰਗ ਦੀ। ਉਹ ਵੀ ਠੇਕੇ ਬੰਦ ਕਰਨ ਦੇ ਹੱਕ ਦੇ ਵਿੱਚ ਨੇ। ਲਾਕਡਾਊਨ ਦੌਰਾਨ ਸ਼ਰਾਬ ਦੇ ਠੇਕੇ ਬੰਦ ਰਹਿਣੇ ਚਾਹੀਦੇ ਨੇ, ਇਹ ਰਾਜਾ ਵੜਿੰਗ ਵੀ ਜ਼ਿਕਰ ਕਰਦੇ ਹੋਏ ਨਜ਼ਰ ਆ ਰਹੇ ਨੇ। ਪਰ ਬਾਵਜੂਦ ਇਸ ਦੇ ਸ਼ਰਾਬ ਦੇ ਠੇਕੇ ਤਾਂ ਖੁੱਲੇ ਨੇ ਕਿਉਂਕਿ ਪ੍ਰਸ਼ਾਸਨ ਦੇ ਵੱਲੋਂ ਉਹਨਾਂ ਨੂੰ ਬੰਦ ਕਰਨ ਨੂੰ ਨਹੀਂ ਕਿਹਾ ਗਿਆ, ਇਸ ਕਰਕੇ ਸ਼ਰਾਬ ਦੇ ਠੇਕਿਆਂ ਨੂੰ ਕੋਈ ਹਦਾਇਤਾਂ ਨਹੀਂ ਪਹੁੰਚੀਆਂ। ਪਰ ਸਵਾਲ ਇਹ ਹੈ ਕਿ ਲੋਕਾਂ ਦੇ ਵਿੱਚ ਜੇਕਰ ਕਮਿਊਨਿਟੀ ਸਪਰੈਡ ਦਾ ਖਤਰਾ ਮੰਡਰਾ ਰਿਹਾ ਹੈ, ਜੇਕਰ ਇਸ ਸਮੇਂ ਹਾਲਾਤ ਇਹ ਹੈ ਕਿ ਦਿੱਕਤ ਹੋ ਸਕਦੀ ਹੈ, ਤਾਂ ਫਿਰ ਸ਼ਰਾਬ ਦੇ ਠੇਕੇ ਕਿਉਂ ਖੁੱਲੇ ਨੇ। कर रहे हैं अगर जरूरत पई तो लॉकडाउन ਵਧਾਇਆ ਜਾਏਗਾ। ਗਿੱਦੜਬਾਹਾ ਦੇ ਲੋਕ ਪੂਰਾ ਸੰਯੋਗ ਕਰ ਰਹੇ ਹੈ, ਲੇਕਿਨ ਮੇਰੀ ਬੇਨਤੀ ਹੈ ਹਰ ਵਿਅਕਤੀ ਨੂੰ ਬਾਹਰ ਬਿਨਾਂ ਕੰਮ ਤੋਂ ਬਾਹਰ ਨਾ ਜਾਓ। ਜ਼ਰੂਰੀ ਕੰਮ ਹੈ ਤਾਂ तमाम ਪ੍ਰੀਕਾਸ਼ਨ ਲੈ ਕੇ ਤੁਹਾਨੂੰ ਬਾਹਰ ਜਾਣ ਦੀ ਜ਼ਰੂਰਤ ਹੈ। 100% ਮੈਨੂੰ ਲੱਗਦਾ ਕਿ ਸ਼ਰਾਬ ਦੇ ਠੇਕਿਆਂ ਨੂੰ ਵੀ ਬੰਦ ਕਰ ਦੇਣਾ ਚਾਹੀਦਾ। ਮੈਨੂੰ ਇਸ ਬਾਰੇ ਪਤਾ ਨਹੀਂ ਹੈ, ਲੇਕਿਨ ਅੱਜ ਹੀ ਮੈਂ ਐਸਡੀਐਮ ਸਾਹਿਬ ਨਾਲ ਇਹ ਗੱਲ ਕਰਕੇ ਸ਼ਰਾਬ ਦੇ ਚਲੋ ਹੋ ਵੀ ਜਾਵੇ ਜੀ, ਲੋਕਾਂ ਦੀ ਜਾਨ ਨਾਲੋਂ ਕੋਈ ਚੀਜ਼ ਪਿਆਰੀ ਨਹੀਂ ਹੈ। ਬਿਲਕੁਲ ਇਹ ਗੱਲ ਮੇਰੇ ਧਿਆਨ ਦੇ ਵਿੱਚ ਨਹੀਂ ਸੀ। 101% ਜੇ ਲਾਕਡਾਊਨ ਸ਼ਹਿਰ ਰਹੇਗਾ ਤਾਂ ਠੇਕੇ ਵੀ ਲਾਕਡਾਊਨ ਹੋਣੇ ਚਾਹੀਦੇ ਔਰ ਜ਼ਰੂਰ ਕਰਾਵਾਂਗੇ। ਹੁਣ ਅੱਗੇ ਵਧਦੇ ਹਾਂ। ਪੰਜਾਬ ਦੀ ਸਨਅਤ ਦੇ ਨਾਲ ਜੁੜੀ ਹੋਈ ਇਸ ਸਮੇਂ ਇੱਕ ਵੱਡੀ ਖਬਰ ਹੈ। ਨਿਊਜ਼ 18 ਦੇ ਉੱਤੇ ਸੂਬੇ ਦੇ ਸਨਅਤ ਮੰਤਰੀ ਸੁੰਦਰ ਸ਼ਾਮ ਅਰੋੜਾ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਤੇ ਉਹ ਜ਼ਿਕਰ ਕਰ ਰਹੇ ਨੇ ਇੰਡਸਟਰੀ ਲਾਕਡਾਊਨ ਦਾ। ਤੇ ਉਹ ਕਹਿ ਰਹੇ ਨੇ ਕਿ ਜੇਕਰ ਜ਼ਰੂਰਤ ਪਈ ਤਾਂ ਇੰਡਸਟਰੀ ਬੰਦ ਕਰਨ ਵਾਲਾ ਫੈਸਲਾ ਵੀ ਲਿਆ ਜਾ ਸਕਦਾ ਹੈ, ਕਿਉਂਕਿ ਜੇਕਰ ਆਊਟ ਆਫ ਕੰਟਰੋਲ ਹੁੰਦਾ ਹੈ ਪੂਰਾ ਮਾਮਲਾ ਕਰੋਨਾ ਦਾ, ਫਿਰ ਦਿੱਕਤ ਵੱਧ ਸਕਦੀ ਹੈ ਤੇ ਇਸ ਵਿਚਾਲੇ ਫਿਰ ਇਹ ਫੈਸਲਾ ਲਿਆ ਜਾ ਸਕਦਾ ਹੈ ਇੰਡਸਟਰੀ ਨੂੰ ਬੰਦ ਕਰਨ ਦਾ। ਉਹਨਾਂ ਨੇ ਇਹ ਵੀ ਕਿਹਾ ਕਿ ਲਾਕਡਾਊਨ ਵਧਾਇਆ ਵੀ ਜਾ ਸਕਦਾ ਹੈ, ਲੋਕਾਂ ਨੂੰ ਸਾਵਧਾਨੀ ਵਰਤਣੀ ਹੀ ਹੋਵੇਗੀ। ਸਾਨੂੰ ਕੇਂਦਰ ਤੋਂ ਕੋਈ ਮਦਦ ਨਹੀਂ ਮਿਲ ਰਹੀ, ਇਸ ਕਰਕੇ ਵੀ ਦਿੱਕਤ ਜ਼ਿਆਦਾ ਹੈ। ਪੰਜਾਬ ਸਰਕਾਰ ਦੇ ਨੁਮਾਇੰਦੇ ਲਗਾਤਾਰ ਇਸ ਦਾ ਜ਼ਿਕਰ ਕਰਦੇ ਆਏ ਨੇ। ਪੰਜਾਬ ਦੀ ਸਨਅਤ ਦੇ ਨਾਲ ਜੁੜੀ ਹੋਈ ਵੱਡੀ ਖਬਰ ਹੈ ਇਸ ਸਮੇਂ। ਪੰਜਾਬ ਦੇ ਵਿੱਚ ਇੰਡਸਟਰੀ, ਕਿਉਂਕਿ ਮੰਡੀ ਗੋਬਿੰਦਗੜ੍ਹ ਦੇ ਵਿੱਚ ਅਗਲੇ 2 ਦਿਨ ਤੱਕ ਜਿਹੜੀ ਇੰਡਸਟਰੀ ਹੈ ਉਹ ਬੰਦ ਰਹੇਗੀ ਤੇ ਇਸ ਵਿਚਾਲੇ ਸਵਾਲ ਕੀ ਹੈ ਕਿ ਬਾਕੀ ਹਿੱਸਿਆਂ ਦੇ ਵਿੱਚ ਜੇਕਰ ਕੋਈ ਦਿੱਕਤ ਹੁੰਦੀ ਹੈ ਤਾਂ ਕੀ ਇੰਡਸਟਰੀ ਨੂੰ ਲੈ ਕੇ ਕੋਈ ਫੈਸਲਾ ਲਿਆ ਜਾ ਸਕਦਾ ਹੈ। ਤਾਂ ਸੂਬੇ ਦੇ ਸਨਅਤ ਮੰਤਰੀ ਕਹਿ ਰਹੇ ਨੇ ਕਿ ਬਿਲਕੁਲ ਜੇਕਰ ਹਾਲਾਤ ਵਿਗੜੇ ਤਾਂ ਫਿਰ ਇੰਡਸਟਰੀ ਨੂੰ ਬੰਦ ਕੀਤਾ ਜਾ ਸਕਦਾ ਹੈ। ਹੈਲਥ ਜ਼ਰੂਰੀ ਹੈ, ਪਹਿਲਾਂ ਪੰਜਾਬ ਨੂੰ ਬਚਾਉਣਾ ਜ਼ਰੂਰੀ ਹੈ, ਪਹਿਲਾਂ ਹੈਲਥ ਜ਼ਰੂਰੀ ਹੈ। ਅਗਰ ਕੋਈ ਐਸੇ ਹਾਲਾਤ ਹੋਏ ਕਿ ਮਤਲਬ ਜਿਹੜਾ ਕਿ ਤੁਹਾਡੇ ਸਾਹਮਣੇ ਜਿੱਦਾਂ ਅੱਜ ਮੰਡੀ ਗੋਬਿੰਦਗੜ੍ਹ ਜਾਂ ਉੱਥੇ ਹੋਇਆ ਹੈਗਾ, ਤੇ ਸੀਐਮ ਸਾਹਿਬ ਨੇ ਵੀ ਇਸ ਗੱਲ ਦੇ ਸੰਕੇਤ ਦਿੱਤੇ ਨੇ। ਉਹਦੇ ਲਈ ਇੱਕੋ ਹੀ ਚੀਜ਼ ਹੈ, ਅਗਰ ਸਾਡੇ ਜਿਹੜੇ ਹੈ ਇਹ ਪੇਸ਼ੈਂਟ ਨਹੀਂ ਵਧਣਗੇ ਤਾਂ ਲਾਕਡਾਊਨ ਨਹੀਂ ਹੋਏਗਾ। ਅਗਰ ਪੇਸ਼ੈਂਟ ਵਧਣਗੇ ਤਾਂ ਪਹਿਲਾਂ ਹੈਲਥ ਜ਼ਰੂਰੀ ਹੈ, ਉਹਦੇ ਬਾਰੇ ਸੋਚਣਾ ਪਏਗਾ। ਜੋ ਸੀਐਮ ਸਾਹਿਬ ਨੇ
ਕਿਹਾ ਹੈਗਾ। ਦੇਖੋ, ਜਿੱਥੇ ਕਰੋਨਾ ਦੇ ਪੇਸ਼ੈਂਟ ਵਧਣਗੇ ਉੱਥੇ ਉਹਦੇ ਬਾਰੇ ਵਿਚਾਰ ਕੀਤਾ ਜਾਏਗਾ ਕਿ ਪਹਿਲਾਂ ਪੰਜਾਬ ਨੂੰ ਬਚਾਉਣਾ ਹੈ, ਹੈਲਥ ਜ਼ਰੂਰੀ ਹੈ, ਔਰ ਜਿੱਥੇ ਜਿਹੜੀਆਂ ਐਸੈਂਸ਼ੀਅਲ ਸਰਵਿਸਿਜ਼ ਹੈਗੀਆਂ ਉਹ ਚੱਲਦੀਆਂ ਰਹਿਣਗੀਆਂ ਉਹਨਾਂ ਜਗ੍ਹਾ ਤੇ ਵੀ। ਜਿਹੜੀਆਂ ਬਾਕੀ ਇੰਡਸਟਰੀ ਦੀ ਜਿਹੜੀ ਤੁਸੀਂ ਗੱਲ ਕਰ ਰਹੇ ਆ, ਅਗਰ ਉੱਥੇ ਕਰੋਨਾ ਦੇ ਪੇਸ਼ੈਂਟ ਵਧਣਗੇ ਤਾਂ ਇਹਦੇ ਬਾਰੇ ਜ਼ਰੂਰ ਸੋਚਿਆ ਜਾਏਗਾ। ਜੇ ਲਾਕਡਾਊਨ ਹੋਏਗਾ ਤੇ ਆਪਣੇ ਆਪ ਇੰਡਸਟਰੀ ਵੀ ਫਿਰ ਨਹੀਂ ਚੱਲ ਸਕੇਗੀ। ਤੇ ਸਾਫ਼ ਕੀਤਾ ਜਾ ਰਿਹਾ ਹੈ ਕਿ ਜੇਕਰ ਜ਼ਰੂਰਤ ਪੈਂਦੀ ਹੈ ਤਾਂ ਫਿਰ ਕਰੜੇ ਫੈਸਲੇ ਲਏ ਜਾ ਸਕਦੇ ਨੇ। ਇੱਕ ਤੋਂ ਬਾਅਦ ਇੱਕ ਕਈ ਬਿਆਨ ਸਾਹਮਣੇ ਆਏ ਨੇ ਤੇ ਇਸ ਵੱਲ ਇਸ਼ਾਰਾ ਕਰ ਰਹੇ ਨੇ। ਪਹਿਲਾਂ ਸਿਹਤ ਮੰਤਰੀ, ਫਿਰ ਮੁੱਖ ਮੰਤਰੀ ਪੰਜਾਬ ਤੇ ਉਸ ਤੋਂ ਬਾਅਦ ਹੁਣ ਸਨਅਤ ਮੰਤਰੀ ਦਾ ਵੀ ਇਹ ਬਿਆਨ ਸਾਹਮਣੇ ਆਇਆ। ਇਸ ਸਭ ਦੇ ਵਿਚਾਲੇ ਪੰਜਾਬ ਸਰਕਾਰ ਦਾ ਵੱਡਾ ਫੈਸਲਾ, ਸਾਰੀ ਯੂਨੀਵਰਸਿਟੀਆਂ ਦੀਆਂ ਪ੍ਰੀਖਿਆਵਾਂ ਮੁਲਤਵੀ ਕਰ ਦਿੱਤੀਆਂ ਗਈਆਂ ਨੇ। ਵੱਡੀ ਖਬਰ ਵਿਦਿਆਰਥੀਆਂ ਦੇ ਲਈ ਲਗਾਤਾਰ ਸਵਾਲ ਆ ਰਹੇ ਸੀ ਕਿ ਕਦੋਂ ਹੋਣਗੇ ਐਗਜ਼ਾਮ, ਤੇ ਤੁਹਾਨੂੰ ਦੱਸ ਦਈਏ ਕਿ 15 ਜੁਲਾਈ ਤੱਕ ਤਾਂ ਨਹੀਂ ਹੋਣਗੇ। 15 ਜੁਲਾਈ ਤੱਕ ਸਾਰੀਆਂ ਪ੍ਰੀਖਿਆਵਾਂ ਟਾਲ ਦਿੱਤੀਆਂ ਗਈਆਂ ਨੇ। ਆਖਰੀ ਫੈਸਲਾ UGC ਕਰੇਗਾ। ਇਹ ਪੰਜਾਬ ਸਰਕਾਰ ਦੇ ਵੱਲੋਂ ਹੁਕਮ ਦਿੱਤੇ ਗਏ ਨੇ। ਤੁਹਾਨੂੰ ਦੱਸ ਦਈਏ ਪੰਜਾਬ ਸਰਕਾਰ ਦਾ ਵੱਡਾ ਫੈਸਲਾ ਸਾਹਮਣੇ ਆਇਆ। ਸਾਰੀਆਂ ਯੂਨੀਵਰਸਿਟੀਆਂ ਦੇ ਜਿਹੜੇ ਐਗਜ਼ਾਮਸ ਨੇ ਉਹਨਾਂ ਨੂੰ ਮੁਲਤਵੀ ਕਰ ਦਿੱਤਾ ਗਿਆ, ਉਹਨਾਂ ਨੂੰ ਫਿਲਹਾਲ ਦੇ ਲਈ ਟਾਲ ਦਿੱਤਾ ਗਿਆ। 15 ਜੁਲਾਈ ਤੱਕ ਇਹ ਫੈਸਲਾ ਲਿਆ ਗਿਆ। 15 ਜੁਲਾਈ ਤੱਕ ਸਾਰੀਆਂ ਪ੍ਰੀਖਿਆਵਾਂ ਟਾਲ ਦਿੱਤੀਆਂ ਗਈਆਂ ਨੇ। ਆਖਰੀ ਫੈਸਲਾ UGC ਕਰੇਗਾ, ਇਹ ਸਰਕਾਰ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ। ਤੇ ਤੁਹਾਨੂੰ ਦੱਸ ਦਈਏ ਕਿ ਇਸ ਸਮੇਂ ਵੱਡੀ ਖਬਰ ਹੈ ਇਸ ਸਮੇਂ ਦੀ ਕਿ ਜਿਹੜੇ ਪੰਜਾਬ ਭਰ ਦੇ ਵਿੱਚ ਡਿਸੀਜਨ, ਨਵੀਆਂ ਗਾਈਡਲਾਈਨਸ ਜਿਹੜੀਆਂ ਹੋਣਗੀਆਂ UGC ਦੀਆਂ, ਉਸ ਦੇ ਉੱਤੇ ਡਿਪੈਂਡ ਕਰੇਗੀ। ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਦੇ ਵੱਲੋਂ ਹੁਣ ਜੋ ਵੀ ਗਾਈਡਲਾਈਨਸ ਨਵੀਆਂ ਆਣਗੀਆਂ ਉਸ ਤੋਂ ਬਾਅਦ ਹੀ ਅੱਗੇ ਦਾ ਫੈਸਲਾ ਪੰਜਾਬ ਸਰਕਾਰ ਜੋ ਆਪਣੇ ਪੱਧਰ ਤੇ ਲਵੇਗੀ। ਪਰ ਫਿਲਹਾਲ ਸਾਰੀਆਂ ਯੂਨੀਵਰਸਿਟੀਆਂ ਅਤੇ ਕਾਲਜਸ ਦੇ ਜਿਹੜੇ ਵੀ ਐਗਜ਼ਾਮ ਸੀ ਉਹ ਮੁਲਤਵੀ ਕਰ ਦਿੱਤੇ ਗਏ ਨੇ। ਤੁਹਾਡਾ ਜੇਕਰ ਕੋਈ ਐਗਜ਼ਾਮ ਹੈ ਜਾਂ ਤੁਸੀਂ ਉਸ ਦੇ ਲਈ ਇੰਤਜ਼ਾਰ ਕਰ ਰਹੇ ਹੋ ਤਾਂ ਜਾਣਕਾਰੀ ਇਸ ਸਮੇਂ ਤੁਹਾਡੇ ਲਈ ਹੈ ਕਿ 15 ਜੁਲਾਈ ਤੱਕ ਕੋਈ ਵੀ ਪੇਪਰ ਨਹੀਂ ਹੋਏਗਾ ਕਿਸੇ ਵੀ ਕਾਲਜ ਦੇ ਵਿੱਚ ਜਾਂ ਕਿਸੇ ਵੀ ਯੂਨੀਵਰਸਿਟੀ ਦੇ ਵਿੱਚ। ਪੰਜਾਬ ਸਰਕਾਰ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਤੇ ਹੁਣ ਨਜ਼ਰਾਂ UGC ਦੇ ਉੱਤੇ ਵੀ ਨੇ ਕਿ UGC ਕੀ ਨਵੀਆਂ ਗਾਈਡਲਾਈਨਸ ਜਾਰੀ ਕਰਦੀ ਹੈ। ਉਸ ਤੋਂ ਬਾਅਦ ਹੀ ਪੰਜਾਬ ਸਰਕਾਰ ਅੱਗੇ ਦਾ ਫੈਸਲਾ ਲਵੇਗੀ ਕਾਲਜ ਅਤੇ ਯੂਨੀਵਰਸਿਟੀਆਂ ਦੇ ਐਗਜ਼ਾਮਸ ਨੂੰ ਲੈ ਕੇ। ਅਗਲੀ ਖਬਰ ਦਾ ਰੁਖ ਕਰਦੇ ਹਾਂ। ਗੁਰੂਗ੍ਰਾਮ ਅਤੇ ਫਰੀਦਾਬਾਦ ਦੇ ਵਿੱਚ 1 ਜੁਲਾਈ ਤੋਂ ਖੁੱਲਣਗੇ ਸ਼ਾਪਿੰਗ ਮਾਲ। ਜੀ ਹਾਂ, ਹਰਿਆਣਾ ਸਰਕਾਰ ਨੇ ਇਸ ਦੀ ਇਜਾਜ਼ਤ ਦੇ ਦਿੱਤੀ ਹੈ। ਸ਼ਾਪਿੰਗ ਮਾਲਸ ਦੇ ਵਿੱਚ ਸਾਵਧਾਨੀਆਂ ਭਰਪੂਰੀਆਂ ਵਰਤਣੀਆਂ ਹੋਣਗੀਆਂ। ਇਹਤਿਆਤ ਦੇ ਵਜੋਂ 8 ਜੂਨ ਤੋਂ ਇਹ ਸ਼ਾਪਿੰਗ ਮਾਲਸ ਨਹੀਂ ਖੋਲੇ ਗਏ ਸੀ। ਬਾਕੀ ਦੇਸ਼ ਦੇ ਵਿੱਚ 8 ਜੂਨ ਤੋਂ ਸ਼ਾਪਿੰਗ ਮਾਲ ਖੋਲਣ ਨੂੰ ਇਜਾਜ਼ਤ ਦਿੱਤੀ ਗਈ ਸੀ। ਕੋਰੋਨਾ ਹੌਟਸਪੌਟ ਨੇ ਗੁਰੂਗ੍ਰਾਮ ਅਤੇ ਫਰੀਦਾਬਾਦ ਦੇ ਵਿੱਚ ਬਹੁਤ ਜ਼ਬਰਦਸਤ ਰਫ਼ਤਾਰ ਦੇ ਨਾਲ ਮਾਮਲੇ ਵਧੇ ਨੇ। ਗੁਰੂਗ੍ਰਾਮ ਦਾ ਜ਼ਿਕਰ ਕਰਾਂ ਤਾਂ ਟੋਟਲ ਗਿਣਤੀ ਹੁਣ ਤੱਕ 5000 ਦੇ ਨੇੜੇ ਪਹੁੰਚ ਚੁੱਕੀ ਹੈ, ਜਦਕਿ ਉਹਨਾਂ ਦੇ ਵਿੱਚੋਂ 1700 ਦੇ ਕਰੀਬ ਅਜੇ ਵੀ ਪੋਜ਼ਿਟਿਵ ਐਕਟਿਵ ਮਾਮਲੇ ਹੈਗੇ ਨੇ। ਜਦਕਿ ਫਰੀਦਾਬਾਦ ਦੇ ਵਿੱਚ ਅਸੀਂ ਗੱਲ ਕਰੀਏ ਤਾਂ 3000 ਦਾ ਅੰਕੜਾ ਟੋਟਲ ਕੇਸਿਸ ਦਾ ਪਾਰ ਕਰ ਚੁੱਕਿਆ ਹੈ। ਤਾਂ ਦਿੱਕਤ ਦੋਵੇਂ ਜ਼ਿਲ੍ਹਿਆਂ ਦੇ ਵਿੱਚ ਬਹੁਤ ਹੈ। ਇਸ ਕਰਕੇ ਪਹਿਲਾਂ ਉੱਥੇ ਡਿਸੀਜਨ ਲਿਆ ਗਿਆ ਸੀ ਕਿ ਇਸ ਨੂੰ ਬੰਦ ਰੱਖਿਆ ਜਾਵੇ, ਪਰ ਹੁਣ ਤੁਹਾਨੂੰ ਦੱਸ ਦਈਏ ਕਿ 1 ਜੁਲਾਈ ਤੋਂ ਖੋਲਣ ਦਾ ਫੈਸਲਾ ਲਿਆ ਗਿਆ ਕਿ ਸਾਰੇ ਖੋਲ ਦਿੱਤੇ ਜਾਣਗੇ ਜਿਹੜੇ ਇੱਥੇ ਸ਼ਾਪਿੰਗ ਮਾਲਸ ਹੈਗੇ ਨੇ। ਉਧਰ ਤੇਲ ਦੀਆਂ ਵਧੀਆਂ ਕੀਮਤਾਂ ਦੇ ਉੱਤੇ ਕਾਂਗਰਸ ਸਰਕਾਰ ਦੇ ਖਿਲਾਫ, ਕੇਂਦਰ ਸਰਕਾਰ ਦੇ ਖਿਲਾਫ ਮੋਰਚਾ ਖੋਲਣ ਦੀ ਹੁਣ ਤਿਆਰੀ ਦੇ ਵਿੱਚ ਹੈ। ਤੇ ਕੱਲ ਸੋਮਵਾਰ ਨੂੰ ਪੰਜਾਬ ਭਰ ਦੇ ਵਿੱਚ ਕਾਂਗਰਸ ਵਿਰੋਧ ਪ੍ਰਦਰਸ਼ਨ ਕਰੇਗੀ ਹਲਕਾ ਪੱਧਰ ਦੇ ਉੱਤੇ, ਯਾਨੀ ਕਿ ਹਰ ਇੱਕ ਹਲਕੇ ਦੇ ਵਿੱਚ 117 ਹਲਕੇ ਨੇ ਪੰਜਾਬ ਭਰ ਦੇ ਵਿੱਚ, ਤਾਂ ਹੁਣ ਹਲਕਿਆਂ ਦੇ ਵਿੱਚ ਪ੍ਰਦਰਸ਼ਨ ਹੁੰਦੇ ਹੋਏ ਨਜ਼ਰ ਆਉਣਗੇ। ਕੇਂਦਰ ਦੇ ਖਿਲਾਫ ਹਲਕਾ ਪੱਧਰ ਦੇ ਉੱਤੇ ਪ੍ਰਦਰਸ਼ਨ ਹੋਣਗੇ। ਕੈਬਨਿਟ ਮੰਤਰੀ ਸ਼ਾਮ ਸੁੰਦਰ ਅਰੋੜਾ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ। ਸਸਤੇ ਕੱਚੇ ਤੇਲ ਦੇ ਬਾਵਜੂਦ ਜਨਤਾ ਨੂੰ ਰਾਹਤ ਨਹੀਂ ਹੈ। ਕੇਂਦਰ ਨੇ ਜਨਤਾ ਤੇ ਬੋਝ ਪਾਉਣ ਦਾ ਕੰਮ ਕੀਤਾ ਹੈ, ਇਹ ਵੀ ਇਲਜ਼ਾਮ ਲਗਾਏ ਜਾ ਰਹੇ ਨੇ। ਸੁੰਦਰ ਸ਼ਾਮ ਅਰੋੜਾ ਸੂਬੇ ਦੇ ਕੈਬਨਿਟ ਮੰਤਰੀ ਨੇ ਤੇ ਉਹਨਾਂ ਦੇ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਪੰਜਾਬ ਭਰ ਦੇ ਵਿੱਚ ਕਾਂਗਰਸ ਵਿਰੋਧ ਪ੍ਰਦਰਸ਼ਨ ਕਰੇਗੀ ਤੇਲ ਦੀਆਂ ਕੀਮਤਾਂ ਨੂੰ ਲੈ ਕੇ ਕੇਂਦਰ ਦੀ ਸਰਕਾਰ ਦੇ ਖਿਲਾਫ। ਹੁਣ ਅੱਗੇ ਵਧਦੇ ਹਾਂ, ਅਗਲੀ ਖਬਰ ਦਾ ਰੁਖ ਕਰਦੇ ਹਾਂ। ਚੰਡੀਗੜ੍ਹ ਸੈਕਟਰ 39 ਦੀ ਪੁਲਿਸ ਨੇ ਔਰਤਾਂ ਦੇ ਇੱਕ ਗੈਂਗ ਨੂੰ ਕਾਬੂ ਕੀਤਾ ਹੈ। ਇਲਜ਼ਾਮ ਨੇ ਕਿ ਔਰਤਾਂ ਬਲੈਕਮੇਲ ਕਰਕੇ NRI ਦੀਆਂ ਕੋਠੀਆਂ ਦੇ ਉੱਤੇ ਕਬਜ਼ਾ ਕਰਦੀਆਂ ਸਨ। ਇਹ ਕੋਠੀ ਦੇ ਵਿੱਚ ਵੜ ਕੇ ਮਕਾਨ ਮਾਲਕਾਂ ਨੂੰ ਡਰਾਉਂਦੀਆਂ ਸੀ ਤੇ ਫਿਰ ਆਪਣੇ ਕੱਪੜੇ ਉਤਾਰ ਕੇ ਤੇ ਬਲੈਕਮੇਲ ਕਰਦੀਆਂ ਸਨ। ਬਾਅਦ ਦੇ ਵਿੱਚ ਲੱਖਾਂ ਰੁਪਏ ਦੀ ਡਿਮਾਂਡ ਇਹਨਾਂ ਦੇ ਵੱਲੋਂ ਕੀਤੀ ਜਾਂਦੀ ਸੀ। ਇੱਕ ਸ਼ਿਕਾਇਤਕਰਤਾ ਦੀ ਸ਼ਿਕਾਇਤ ਦੇ ਉੱਤੇ ਪੁਲਿਸ ਨੇ ਮਾਮਲੇ ਦੀ ਡੂੰਘਾਈ ਦੇ ਨਾਲ ਜਾਂਚ ਕੀਤੀ ਤਾਂ ਇਹ ਅਸਲੀਅਤ ਸਾਹਮਣੇ ਆਈ। ਇਹਨਾਂ ਦੇ ਕੋਲੋਂ ਕਈ ਮਕਾਨਾਂ ਦੇ ਐਗਰੀਮੈਂਟ ਵੀ ਬਰਾਮਦ ਕੀਤੇ ਗਏ ਨੇ। ਇਹ ਗੈਂਗ ਪਿਛਲੇ ਕਾਫੀ ਸਮੇਂ ਤੋਂ ਸਰਗਰਮ ਸੀ ਤੇ ਇਹਨਾਂ ਦੇ ਖਿਲਾਫ ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਦਰਜ ਸਨ।
इसके सेक्टर 39 थाना ने एक ऐसे लेडीज गैंग का पर्दाफाश किया है जो कि लोगों के साथ ब्लैकमेलिंग करती थी। आप देख सकते हैं तस्वीरों में ये दोनों लेडीज हैं जो कि लोगों के साथ ज़्यादातर एनआरआई के जो घर हैं उनको निशाना बनाती थी और उनके घर में घुसकर जो है ब्लैकमेलिंग करती थी, अपने कपड़े उतारकर इस तरह की जो चीज़ें हैं लोगों को डरा धमकाकर कोठी पर कब्जा करने की जो है वो कोशिश करती थी। चंडीगढ़ की सेक्टर 39 थाना ने ये मामला दर्ज किया है और इन दोनों को हिरासत में लिया। हालांकि अभी तक सबसे बड़ी बात यह हैरानी की बात यह है कि इन दोनों से जो पूरा मामला दर्ज किया गया, इन्वेस्टिगेशन की गई तो पता चला कि ये दोनों पंजाब में भी पीओ हैं और कई जगह जो है वो यहाँ पर पंचकुला, मोहाली, पंजाब के कई जगह पर जो है ये पीओ घोषित है और इनका जो निशाना है वो ज़्यादातर होता था एनआरआई की जो कोठियाँ हैं वहाँ पर ये रेंट पे लेती थी और उसके बाद जब खाली करने की बात की जाती थी तो ये लोग न्यूड होकर उनको डराती थी, धमकाती थी। हमारे साथ जो चंडीगढ़ के 39 थाने के एसएचओ हैं अमनजोत सिंह जी, जिन्होंने मामला दर्ज किया है, उनसे बातचीत करेंगे। सर, ये लेडीज़ गैंग को अरेस्ट किया है, पूरा मामला क्या था, क्या क्या इन्वेस्टिगेशन में सामने आया? ਬੇਸਿਕਲੀ ਅੱਜ ਤੋਂ ਕਰੀਬ 6 ਦਿਨ ਪਹਿਲਾਂ ਸਾਡੇ ਕੋਲ ਇੱਕ ਇਨਫੋਰਮੇਸ਼ਨ ਆਈ ਵੀ ਹਾਊਸ ਨੰਬਰ 717 ਸੈਕਟਰ 40 ਦੇ ਵਿੱਚ ਝਗੜਾ ਹੋ ਰਿਹਾ। ਅਸੀਂ ਉਸ ਝਗੜੇ ਵਾਲੀ ਸਪੌਟ ਤੇ ਪਹੁੰਚੇ ਤਾਂ ਅਸੀਂ ਇੱਕ ਗੱਲ ਦੇਖੀ ਕਿ ਜਿੱਥੇ ਦੋ ਸ਼ਖਸ ਜਿਹੜੇ ਸੀਗੇ ਜਿਨ੍ਹਾਂ ਨੇ ਆਪਣੇ ਆਪ ਨੂੰ ਕਲੇਮ ਕੀਤਾ ਕਿ ਉਹਨਾਂ ਕੋਲ ਪਾਵਰ ਆਫ ਅਟਾਰਨੀ ਹੈ ਔਰ ਉਹਨਾਂ ਦੇ ਫੁੱਫੜ ਜੀ ਬਾਹਰ ਅਮਰੀਕਾ ਰਹਿੰਦੇ ਆ ਔਰ ਉਹ ਲੋਕਡਾਊਨ ਦੇ ਦੌਰਾਨ ਘਰ ਚੈੱਕ ਨਹੀਂ ਕਰ ਪਾਏ ਸੀ ਔਰ ਉਹ ਅੱਜ ਆਏ ਸੀ ਇਹ ਦੇਖਣ ਵੀ ਉਹਨਾਂ ਦਾ ਕੋਈ ਪਾਣੀ ਦਾ ਬਿੱਲ ਜਾਂ ਕੋਈ ਬਿਜਲੀ ਦਾ ਬਿੱਲ ਕੋਈ ਪੈਂਡਿੰਗ ਹੈ ਤਾਂ ਉਹ ਦੇਖ ਲਈਏ ਤੇ ਜਮ੍ਹਾਂ ਕਰਾ ਦਈਏ। ਤੇ ਅਚਾਨਕ ਉਹਨਾਂ ਨੂੰ ਅੱਗੋਂ ਇਹ ਲੇਡੀਜ਼ ਮਿਲੀਆਂ ਜਿਨ੍ਹਾਂ ਨੇ ਆਪਸ 'ਚ ਇੱਕ ਦੂਜੇ ਨੂੰ ਕੁਐਸਚਨ ਕੀਤਾ ਵੀ ਤੁਸੀਂ ਕੌਣ ਤਾਂ ਲੇਡੀ ਨੇ ਇੱਕਦਮ ਭਾਂਪ ਲਿਆ ਕਿ ਇਹ ਬੰਦੇ ਦਾ ਮਾਲਕ ਆ ਗਏ ਆ ਤਾਂ ਉਹਨਾਂ ਦੇ ਦੱਸਣ ਮੁਤਾਬਕ ਲੇਡੀ ਭੱਜ ਕੇ ਅੰਦਰ ਗਈ ਤੇ ਉਹਨੇ ਆਪਣਾ टॉप रिमूव करता और आके उसे हंगामा किया। सर, लेकिन सबसे बड़ी बात यह है कि जो अभी तक इन्वेस्टिगेशन में सामने आया है कि और भी जगह इन्होंने इस तरह का मोस्टली एनआरआई की कोठीज को ये ज़्यादातर निशाना बनाती। हाँ, शुरू च सानू नहीं पता सीगा, फिर असी प्रिवेंटिव मेजर लैके अगे अपनी जो कार्रवाई शुरू की और जो उन्होंने बंदियां ने कंप्लेंट दी और असी कंप्लेंट ईमेल ते भी सानू उन्होंने फुफड़ जी द्वारा अमेरिका तो आई, असी सारी गल वेरीफाई की और असी फिर परचा दर्ज इन्होंने टाइम दिता मंडे तक का 5 बजे तक का भी डॉकूमेंट पेश करने। कहनी असी टेनेंट हाँ भी कोई डॉकूमेंट नहीं पेश कर पाइया। उस तो बाद फिर असी इन्हां ते केस रजिस्टर करता। अज तक इस गल नूं 8 दिन हो गए है, इन्वेस्टिगेशन चल रही है, कोई भी ना कोर्ट दे विच और ना साडे कोल कोई डॉकूमेंट पेश कर नहीं पाइया भी ये टेनेंट है। सर, इसके अलावा पंजाब में, पंचकुला में, मोहाली में अगर हम बात करें, इनके ऊपर पहले भी इस तरह की चीज़ें जो हैं वो एलिगेशन लगाए थे। हाँ बिल्कुल, जदों असीं घर की सर्च की 717 नंबर की तो 7 कोटियां दे डॉकूमेंट निकले जिहदे च और फिर जदों असीं सारे डॉकूमेंट्स नूं वेरीफाई किया तो ये पता चलिया भी ये तां 7 केसिस दे विचों पीओ ने जिहदे विच 2 पंचकूले दे और बाकी मोहाली दे। चंडीगढ़ से कैमरामैन संदीप कुमार के साथ मनोज राठी, न्यूज़ 18। ਅੱਗੇ ਵਧਦੇ ਇਸ ਸਮੇਂ ਇੱਕ ਹੋਰ ਵੱਡੀ ਖਬਰ ਆ ਰਹੀ ਹੈ, ਉਸ ਦਾ ਰੁਖ ਕਰਾਂਗੇ। ਮੋਹਾਲੀ ਦੇ ਬੱਡ ਮਾਜਰਾ ਤੋਂ ਇੱਕ ਵੱਡੀ ਖਬਰ ਹੈ ਜਿੱਥੇ ਇੱਕ ਕਤਲ ਕਰ ਦਿੱਤਾ ਗਿਆ ਹੈ। ਜੀ, ਮੋਹਾਲੀ ਦੇ ਬੱਡ ਮਾਜਰਾ ਕਲੋਨੀ ਦੀ ਇਹ ਘਟਨਾ, ਅਣਪਛਾਤੇ ਨੌਜਵਾਨਾਂ ਨੇ ਇੱਕ ਸ਼ਖਸ ਦਾ ਕਤਲ ਕਰ ਦਿੱਤਾ ਹੈ। ਘਰ ਦੇ ਲਾਗੇ ਖੁੱਲੇ ਦੇ ਵਿੱਚ ਪਿਸ਼ਾਬ ਕਰਨ ਤੋਂ ਰੋਕਿਆ ਗਿਆ ਸੀ ਤੇ ਮੁਲਜ਼ਮ ਨੌਜਵਾਨ ਹੁਣ ਫਰਾਰ ਦੱਸਿਆ ਜਾ ਰਿਹਾ। ਪੁਲਿਸ ਜਾਂਚ ਕਰ ਰਹੀ ਹੈ। ਵਜ੍ਹਾ ਦੇਖੋ ਇਸ ਪੂਰੇ ਮਾਮਲੇ ਦੇ ਵਿੱਚ ਕੀ ਹੈ। ਮੋਹਾਲੀ ਦੇ ਬੱਡ ਮਾਜਰਾ ਤੋਂ ਪੂਰਾ ਮਾਮਲਾ ਸਾਹਮਣੇ ਆਇਆ। ਖੁੱਲੇ ਦੇ ਵਿੱਚ ਪਿਸ਼ਾਬ ਕਰਨ ਤੋਂ ਰੋਕਣ ਦੇ ਉੱਤੇ ਕਤਲ ਕਰ ਦਿੱਤਾ ਮੋਹਾਲੀ ਦੇ ਬੱਡ ਮਾਜਰਾ ਦੇ ਵਿੱਚ। ਕਲੋਨੀ ਦੀ ਇਹ ਘਟਨਾ ਦੱਸੀ ਜਾ ਰਹੀ ਹੈ ਤੇ ਅਣਪਛਾਤੇ ਨੌਜਵਾਨਾਂ ਨੇ ਇੱਕ ਸ਼ਖਸ ਦਾ ਕਤਲ ਕੀਤਾ ਹੈ। ਘਰ ਦੇ ਨੇੜੇ ਖੁੱਲੇ ਦੇ ਵਿੱਚ ਪਿਸ਼ਾਬ ਕਰਨ ਤੋਂ ਰੋਕਿਆ ਗਿਆ ਸੀ। ਉਸ ਤੋਂ ਬਾਅਦ ਬਹਿਸਬਾਜ਼ੀ ਹੁੰਦੀ ਹੈ ਤੇ ਇਸ ਵਿਚਾਲੇ ਫਿਰ ਕਤਲ ਕਰ ਦਿੱਤਾ ਜਾਂਦਾ ਹੈ। ਮੁਲਜ਼ਮ ਨੌਜਵਾਨ ਮੌਕੇ ਦੇ ਉੱਤੋਂ ਫਰਾਰ ਹੋ ਗਿਆ। ਪੁਲਿਸ ਜਾਂਚ ਦੇ ਵਿੱਚ ਲੱਗੀ ਹੋਈ ਹੈ। ਤਾਂ ਮੁਲਜ਼ਮ ਨੌਜਵਾਨ ਫਰਾਰ ਦੱਸਿਆ ਜਾ ਰਿਹਾ। ਪੁਲਿਸ ਜਾਂਚ ਜਾਰੀ ਹੈ। ਇਸ ਸਮੇਂ ਤੁਹਾਨੂੰ ਦੱਸ ਦਈਏ ਕਿ ਇਹ ਪੂਰਾ ਮਾਮਲਾ ਨਿਕਲ ਕੇ ਸਾਹਮਣੇ ਆਇਆ ਮੋਹਾਲੀ ਤੋਂ, ਮੋਹਾਲੀ ਜ਼ਿਲ੍ਹੇ ਦੇ ਪਿੰਡ ਬੱਡ ਮਾਜਰਾ ਤੋਂ, ਜਿੱਥੇ ਦੀ ਕਲੋਨੀ ਦੇ ਵਿੱਚ ਇਹ ਪੂਰੀ ਘਟਨਾ ਵਾਪਰੀ ਹੈ। ਦਰਅਸਲ ਪਿਸ਼ਾਬ ਨੂੰ ਲੈ ਕੇ ਹੋਇਆ ਕਿ ਖੁੱਲੇ ਦੇ ਵਿੱਚ ਸ਼ੌਚ ਗਿਆ ਸੀ ਇਹ ਸ਼ਖਸ ਤੇ ਉਸ ਦੇ ਵਿਚਾਲੇ ਰੋਕਿਆ ਗਿਆ। ਘਰ ਦੇ ਨੇੜੇ ਕੀਤਾ ਜਾ ਰਿਹਾ ਸੀ ਪਿਸ਼ਾਬ ਉਸ ਦੇ ਵੱਲੋਂ, ਤਾਂ ਫਿਰ ਰੋਕਿਆ ਗਿਆ ਤੇ ਉਸ ਤੋਂ ਬਾਅਦ ਕਤਲ ਕਰ ਦਿੱਤਾ ਗਿਆ। ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਅਗਲੀ ਖਬਰ ਦਾ ਰੁਖ ਕਰਦੇ ਹਾਂ। ਹੁਸ਼ਿਆਰਪੁਰ ਦੀ ਦਾਣਾ ਮੰਡੀ ਦੇ ਵਿੱਚ ਮੁੱਢਲੀਆਂ ਸਹੂਲਤਾਂ ਤੋਂ ਵੀ ਵਾਂਝੀ ਹੈ। ਨਾ ਪੀਣ ਦੇ ਪਾਣੀ ਦਾ ਪ੍ਰਬੰਧ ਹੈ ਤੇ ਨਾ ਹੀ ਸਾਫ਼ ਸਫਾਈ ਦਾ ਕੋਈ ਇੰਤਜ਼ਾਮ ਹੈ। ਇੱਥੇ ਪਹੁੰਚਣ ਵਾਲੇ ਲੋਕਾਂ ਨੇ ਆਪਣਾ ਗੁੱਸਾ ਮੰਡੀ ਬੋਰਡ ਦੇ ਉੱਤੇ ਉਤਾਰਿਆ। ਪ੍ਰਸ਼ਾਸਨ ਦੇ ਪੁਖਤਾ ਪ੍ਰਬੰਧਾਂ ਦੇ ਦਾਅਵਿਆਂ ਦੀ ਪੋਲ ਖੋਲ੍ਹਦੀਆਂ ਇਹ ਤਸਵੀਰਾਂ ਹੁਸ਼ਿਆਰਪੁਰ ਦੀ ਦਾਣਾ ਮੰਡੀ ਦੀਆਂ ਨੇ। ਮੁੱਢਲੀਆਂ ਸਹੂਲਤਾਂ ਤੋਂ ਵੀ ਵਾਂਝੀ ਇਸ ਦਾਣਾ ਮੰਡੀ 'ਚ
ਪੀਣ ਦੇ ਪਾਣੀ ਤੱਕ ਦਾ ਪ੍ਰਬੰਧ ਨਹੀਂ। ਥਾਂ-ਥਾਂ ਗੰਦਗੀ ਦੇ ਢੇਰ ਲੱਗੇ ਹੋਏ ਨੇ। ਇੱਥੇ ਆਉਣ ਵਾਲੇ ਲੋਕਾਂ ਦਾ ਗੁੱਸਾ ਮੰਡੀ ਬੋਰਡ ਤੇ ਉਤਰਿਆ। ਕਰੋਨਾ ਤੋਂ ਅਸੀਂ ਬਚ ਜਾਵਾਂਗੇ। ਜਿਹੜੀ ਇਹ ਜਿੰਨੀ ਗੰਦੀ ਬਦਬੂ, ਹੁਣ ਤੁਸੀਂ ਆਪ ਦੇਖੋ ਜਿੰਨੀ ਗੰਦੀ ਬਦਬੂ ਆ ਰਹੀ ਹੈ, ਇਹ ਇੱਥੋਂ ਸਾਹ ਲੈਣਾ ਵੀ ਇਸ ਤੋਂ ਵੀ ਔਖਾ ਹੋ ਗਿਆ ਹੈ ਜੀ। हमारा पानी मंडी जो बुरा हाल है पानी का, कूलर तो लगा पर सुक्के कूलर लाने का लाई जाओ, पानी ना बिच होंदा ਉਹਦੇ ਪਾਣੀ ਹੋਰ ਜ਼ਿਆਦਾ ਅਸੀਂ ਪੀਏ। ਇਹਨੂੰ ਤਾਂ ਹੋ ਗਏ 6-7 ਸਾਲ। ਹੁਸ਼ਿਆਰਪੁਰ ਮੰਡੀ ਬੋਰਡ ਦੀ ਸਾਲਾਨਾ ਆਮਦਨ 14 ਕਰੋੜ ਰੁਪਏ ਦੀ ਹੈ। ਇਸ ਦੇ ਬਾਵਜੂਦ ਸਹੂਲਤਾਂ ਉਪਲਬਧ ਕਰਾਉਣ ਤੇ ਮੰਡੀ ਬੋਰਡ ਦਾ ਧਿਆਨ ਨਹੀਂ। ਨਵੇਂ ਬੜੇ ਚੇਅਰਮੈਨ ਰਾਜੇਸ਼ ਗੁਪਤਾ ਮੌਜੂਦਾ ਹਾਲਾਤ ਤੇ ਕੀ ਕਹਿੰਦੇ ਨਜ਼ਰ ਆਏ, ਉਹ ਵੀ ਸੁਣੋ। ਮੈਂ ਤੁਹਾਨੂੰ ਦੱਸਦਾ, ਪਹਿਲਾਂ ਤਾਂ ਲੋਕਡਾਊਨ ਕਰਕੇ ਲੇਬਰ ਦੀ ਦਿੱਕਤ ਸੀਗੀ। ਮੈਂ 1/6 ਨੂੰ ਚਾਰਜ ਲਿਆ ਸੀ, ਕਰੀਬਨ ਅੱਜ ਤੋਂ 25 ਦਿਨ ਪਹਿਲਾਂ। ਉਸ ਤੋਂ ਬਾਅਦ ਆ ਕੇ ਮੈਂ ਸਾਰਾ ਸਟੱਡੀ ਕੀਤਾ ਤਾਂ ਅਸੀਂ ਜਿਹੜਾ ਇਹਦੇ ਨਾਲ ਸਾਡੇ ਡਿਪਾਰਟਮੈਂਟ ਸਿਵਲ ਦਾ ਲੱਗਦਾ ਜਾਂ ਪਬਲਿਕ ਹੈਲਥ ਦਾ ਲੱਗਦਾ, ਉਹਨਾਂ ਨੂੰ ਅਸੀਂ ਪੁੱਛਿਆ। ਉਹਨਾਂ ਨੇ ਦੱਸਿਆ ਕਿ ਲੇਬਰ ਦੀ ਬਹੁਤ ਜ਼ਿਆਦਾ ਪ੍ਰੋਬਲਮ ਆ। ਉਸ ਕਰਕੇ ਉਹਨਾਂ ਨੇ ਠੇਕੇਦਾਰ ਨੂੰ ਨੋਟਿਸ ਵੀ ਕੀਤਾ। ਹੁਣ ਅੱਜ ਉਹਨਾਂ ਨੂੰ ਨੋਟਿਸ ਕੀਤੇ ਠੇਕੇਦਾਰ ਨੂੰ ਕਰੀਬਨ 6 ਦਿਨ ਹੋ ਗਏ ਆ। 14 ਦਿਨ ਦਾ ਉਹਨਾਂ ਨੇ ਇੱਕ ਉਹਨੂੰ ਫਾਈਨਲ ਨੋਟਿਸ ਦਿੱਤਾ ਹੈ ਕਿ ਤੁਸੀਂ ਆਪਣਾ ਇੱਥੇ ਜਿਹੜਾ ਵੀ ਸੀਵਰੇਜ ਦਾ ਕੰਮ ਹੈ, ਵਾਟਰ ਸਪਲਾਈ ਦਾ ਕੰਮ ਹੈ ਪੈਂਡਿੰਗ, ਉਹਨੂੰ ਪੂਰਾ ਕਰੋ, ਨਹੀਂ ਤਾਂ ਉਹਦੇ ਲਈ ਜੋ ਵੀ ਉਹਦੇ ਲਈ ਵਿਰੁੱਧ ਕਾਰਵਾਈ ਬੰਦ ਕੀਤੀ ਜਾਊਗੀ। ਹੈਰਾਨੀ ਦੀ ਗੱਲ ਹੈ ਕਿ ਮੰਡੀ ਪਹੁੰਚਣ ਵਾਲੇ ਲਗਾਤਾਰ ਬਦਇੰਤਜ਼ਾਮੀ ਦੀਆਂ ਸ਼ਿਕਾਇਤਾਂ ਕਰਦੇ ਨੇ, ਪਰ ਸ਼ਿਕਾਇਤ ਦੇ ਬਾਵਜੂਦ ਹਾਲਾਤ ਬਦਲਦੇ ਨਹੀਂ। ਮੰਡੀ ਦੇ ਬਦਤਰ ਹਾਲਾਤ ਉੱਪਰੋਂ ਕੋਰੋਨਾ ਦਾ ਖਤਰਾ, ਕੰਮ ਦੀ ਮਜਬੂਰੀ ਦੇ ਚਲਦੇ ਹੀ ਸਥਾਨਕ ਲੋਕ ਖੁਦ ਨੂੰ ਖਤਰੇ 'ਚ ਪਾ ਕੇ ਇੱਥੇ ਪਹੁੰਚਦੇ ਨੇ। ਹੁਸ਼ਿਆਰਪੁਰ ਤੋਂ ਸਤਪਾਲ ਰਤਨ ਦੇ ਨਾਲ ਬਿਊਰੋ ਰਿਪੋਰਟ, ਨਿਊਜ਼ 18। ਉਧਰ ਕਈ ਵੱਡੇ ਕਲਾਕਾਰਾਂ ਨੂੰ ਢੋਲਕੀ ਦੀ ਥਾਪ ਦੇ ਉੱਤੇ ਨਚਾਉਣ ਵਾਲੇ ਰਾਜਕੁਮਾਰ ਦੀ ਜ਼ਿੰਦਗੀ ਬੇਸੁਰੀ ਤੇ ਬੇਤਾਲ ਹੋ ਚੁੱਕੀ ਹੈ। ਜਿਸ ਦੇ ਘਰ ਨੂੰ 10 ਸਾਲਾਂ ਤੋਂ ਛੱਤ ਵੀ ਨਸੀਬ ਨਹੀਂ ਹੋਈ, ਪਰ ਕਿਸੇ ਕਲਾਕਾਰ ਨੇ ਵੀ ਸਾਰ ਲੈਣੀ ਜ਼ਰੂਰੀ ਨਹੀਂ ਸਮਝੀ। ਤੁਸੀਂ ਅਕਸਰ ਕਲਾਕਾਰਾਂ ਨੂੰ ਸਟੇਜ ਦੇ ਉੱਪਰ ਇਹ ਗੱਲ ਕਹਿੰਦਿਆਂ ਜ਼ਰੂਰ ਸੁਣਿਆ ਹੋਵੇਗਾ ਕਿ ਸੱਜਿੰਦੇ ਉਹਨਾਂ ਦੀਆਂ ਸੱਜੀਆਂ ਖੱਬੀਆਂ ਬਾਹਾਂ ਹੁੰਦੇ ਨੇ, ਜਿਨ੍ਹਾਂ ਕਰਕੇ ਉਹ ਸੰਗੀਤ ਦੇ ਆਸਮਾਨ ਦੇ ਉੱਪਰ ਉਡਾਰੀਆਂ ਮਾਰਦੇ ਨੇ। ਪਰ ਬਦਲਦੇ ਵਕਤ ਤੇ ਰਿਕਾਰਡਿੰਗ ਵਾਲੇ ਸੰਗੀਤ ਦੇ ਆਉਣ ਦੇ ਨਾਲ ਬਹੁਤ ਸਾਰੇ ਸੱਜਿੰਦੇ ਹੁਨਰਮੰਦ ਹੋਣ ਦੇ ਬਾਵਜੂਦ ਵੀ ਆਰਥਿਕ ਮੰਦਹਾਲੀ ਦੇ ਸ਼ਿਕਾਰ ਹੋ ਰਹੇ ਨੇ। ਅੱਜ ਕੱਲ੍ਹ ਕੁਝ ਅਜਿਹੀ ਹਾਲਤ ਬਣੀ ਹੋਈ ਹੈ ਹੁਸ਼ਿਆਰਪੁਰ ਦੇ ਪਿੰਡ ਮਰਸਗੜ੍ਹ ਦੇ ਰਹਿਣ ਵਾਲੇ ਢੋਲਕੀ ਮਾਸਟਰ ਰਾਜਕੁਮਾਰ ਰਾਜੂ ਦੀ। 10 ਸਾਲ ਪਹਿਲਾਂ ਘਰ ਦੀ ਡਿੱਗੀ ਛੱਤ, ਖੰਡਰ ਬਣ ਚੁੱਕਿਆ ਮਕਾਨ ਤੇ 10 ਸਾਲਾਂ ਤੋਂ ਇੱਕ ਤਰਪਾਲ ਦੀ ਛੱਤ ਥੱਲੇ ਰਹਿਣਾ ਤਰਸਯੋਗ ਹਾਲਤ ਨੂੰ ਬਿਆਨ ਕਰਦਾ ਹੈ। ਤੁਹਾਡੀ ਕਿਸੇ ਨੇ ਬਾਹ ਫੜੀ ਅੱਜ ਤੱਕ ਜਾਂ ਕਿਸੇ ਨੇ ਤੁਹਾਨੂੰ ਆ ਕੇ ਪੁੱਛਿਆ? ਨਹੀਂ ਸਰ, ਕਿਸੇ ਨੇ ਨਹੀਂ ਪੁੱਛਿਆ। ਕਿਹੜੇ ਕਲਾਕਾਰਾਂ ਨਾਲ ਤੁਸੀਂ ਪਲੇ ਕਰ ਚੁੱਕੇ ਹੋ ਇੰਸਟਰੂਮੈਂਟ? ਜਮਲਾ ਜੱਟ ਜੀ ਦੇ ਲੜਕੇ ਸੀ ਦੇ ਜਮਲਾ ਜੀ, ਉਹਨਾਂ ਨੇ ਕੰਮ ਕੀਤਾ 3.5 ਸਾਲ ਦੀ। ਹਾਕਮ ਬੱਕੀ ਵਾਲੇ ਭਾਈ ਨੇ ਵੀ ਕੀਤਾ ਕੰਮ ਜੀ, ਤੇ ਹੋਰ ਵੀ ਕਈ ਆਰਟਿਸਟ ਹੈਗੇ ਉਹਨਾਂ ਨੇ ਕੰਮ ਕੀਤਾ। ਤੇ ਇੱਕ ਘੱਟੋ ਘੱਟ ਮਕਾਨ ਡਿੱਗੇ ਨੂੰ ਕਿੰਨੇ ਸਾਲ ਹੋ ਗਏ ਤੇ ਕਦੋਂ ਦੇ ਇੱਦਾਂ ਹੀ ਰਹਿ ਰਹੇ ਤੁਸੀਂ? ਇਹ ਸਾਰੇ 10 ਸਾਲ ਹੋ ਗਏ ਜੀ, ਇੱਦਾਂ ਹੀ ਸ਼ਾਮੀ ਜੇ ਥੱਲੇ ਰਹਿ ਰਹੇ ਜੀ। ਰਾਜੂ ਨੂੰ ਨਾ ਤਾਂ ਹੁਣ ਤੱਕ ਕੋਈ ਸਰਕਾਰੀ ਮਦਦ ਮਿਲੀ ਤੇ ਨਾ ਹੀ ਕਿਸੇ ਕਲਾਕਾਰ ਨੇ ਉਸ ਦੀ ਸਹਾਰ ਲਈ। ਤੇ ਹੁਣ 2 ਜਵਾਨ ਧੀਆਂ ਦਾ ਬਾਪ ਰਾਜੂ ਤੇ ਉਸ ਦਾ ਪਰਿਵਾਰ ਸਰਕਾਰ ਤੇ ਸਮਾਜ ਸੇਵੀ ਸੰਸਥਾਵਾਂ ਦੇ ਅੱਗੇ ਮਦਦ ਦੀ ਗੁਹਾਰ ਲਗਾ ਰਿਹਾ ਹੈ ਤਾਂ ਜੋ ਖੁਸ਼ੀ-ਖੁਸ਼ੀ ਆਪਣੀਆਂ ਧੀਆਂ ਨੂੰ ਵਿਦਾ ਕਰ ਸਕੇ ਤੇ ਪਰਿਵਾਰ ਨੂੰ ਰਹਿਣ ਵਾਸਤੇ ਛੱਤ ਨਸੀਬ ਹੋ ਸਕੇ। ਪਰ ਸਾਨੂੰ ਕਿਸੇ ਨੇ ਨਹੀਂ ਪੁੱਛਿਆ ਵੀ ਨਹੀਂ। ਛਾਨ ਜਦੋਂ ਅਸੀਂ ਇੱਥੇ ਬੈਠੇ ਹੁੰਦੇ ਆ, ਵੋਟਾਂ ਵਾਲੇ ਆਂਦੇ ਆ, ਕੋਈ ਨਹੀਂ ਤੁਹਾਡਾ ਦੇਖਾਂਗੇ ਮੁੜ ਕੇ ਜਦੋਂ ਵੋਟਾਂ ਹੋ ਜਾਂਦੀਆਂ ਮੁੜ ਕੇ ਕੋਈ ਵੀ ਨਹੀਂ ਪੁੱਛਦਾ ਹੈਗਾ। ਕਿ ਸਰਕਾਰ ਕੋਲੋਂ ਅਸੀਂ ਤੇ ਇਹੀ ਮੰਗਨੇ ਆ ਕਿ ਚਲੋ ਜਿਹੜੇ ਕੋਈ ਸਾਡੇ ਵਰਗੇ ਹੋਰ ਵੀ ਹੈਗੇ ਆ ਉਹਨਾਂ ਦੀ ਵੀ ਸੁਣੀ ਜਾਏ। ਸਾਡੀ ਤੇ ਚਲੋ ਸੁਣੋ ਬਾਕੀ ਹੋਰਨਾਂ ਦੀ ਵੀ ਸੁਣੋ ਕਿ ਜਿਹੜੇ ਕੋਈ ਮਾਤੜ ਸਾਥੀ ਸਾਡੇ ਵਰਗੇ ਵਿਚਾਰੇ ਗਰੀਬ ਨੇ। ਇਹ ਵੀ 4-5 ਮਹੀਨੇ ਤੋਂ ਕੋਈ ਪ੍ਰੋਗਰਾਮ ਫੰਕਸ਼ਨ ਕੋਈ ਵੀ ਤੁਹਾਨੂੰ ਪਤਾ ਹੈ ਕਿ ਚੱਲ ਰਿਹਾ, ਤੇ ਇਹਨਾਂ ਦੀ ਮਾਲੀ ਹਾਲਾਤ ਤੁਸੀਂ ਦੇਖ ਲਈ ਸਾਰਿਆਂ ਨੇ ਕਿ ਇਹਨਾਂ ਕੋਲ 10-12 ਸਾਲ ਕਮਰਿਆਂ ਦੇ ਟੁੱਟ ਗਏ ਹੋਏ ਨੇ ਜੀ, ਤੇ ਉਹ ਵੀ ਨਹੀਂ ਬਣੇ ਇਹਨਾਂ ਤੋਂ। ਤੇ ਮਹਿੰਗਾਈ ਦੇ ਹਿਸਾਬ ਨਾਲ ਬਹੁਤ ਮਾੜਾ ਹੀ ਹਾਲਾਤ। ਆਪਾਂ ਪ੍ਰਸ਼ਾਸਨ ਅੱਗੇ ਤੇ ਜਿਹੜੀ ਕੋਈ ਸੰਸਥਾਵਾਂ ਹੈਗੀਆਂ ਆਪਾਂ ਚਾਹੁੰਦੇ ਕਿ ਇਹਨਾਂ ਦੀ ਕੁਛ ਤਾਂ ਮਦਦ ਕੀਤੀ ਜਾਵੇ। ਰਾਜੂ ਤੇ ਉਸ ਦਾ ਪਰਿਵਾਰ ਬੇਹੱਦ ਮੁਸ਼ਕਿਲ ਹਾਲਾਤਾਂ ਦੇ ਵਿੱਚੋਂ ਗੁਜ਼ਰ ਰਿਹਾ ਤੇ ਹੁਣ ਉਸ ਨੂੰ ਬਸ ਮਦਦ ਵਾਲੇ ਹੱਥਾਂ ਦੀ ਉਡੀਕ ਹੈ ਤਾਂ ਜੋ ਤੇ ਉਸ ਦਾ ਪਰਿਵਾਰ
ਬਾਕੀ ਬਚੀ ਜ਼ਿੰਦਗੀ ਆਰਾਮ ਦੇ ਨਾਲ ਜੀ ਸਕੇ। ਟਾਂਡਾ ਤੋਂ ਦੀਪਕ ਬਹਿਲ, ਨਿਊਜ਼ 18 ਪੰਜਾਬ।